ਆਪਣੇ ਕੁਦਰਤੀ ਸਾਧਨਾਂ ਨੂੰ ਬਚਾ ਕੇ खेती करनी क्यों मिट्टी पानी नूं बचाउणा सब तो वड्डी जरूरी चीज़ आ। एक किताब भी जिहड़ी आ उस मंतव नूं पूरा करन दे विच सहाई होऊगी क्योंकि जिस बंदे ने भी ये किताब पढ़ ली देखो झोना लाउणा मजबूरी आ क्योंकि MSP आ पर झोना लाउण दे तरीके ते सानूं बदलने पैणगे ते इहदे विच पानी दी खादां स्प्रेयां दी वरतों करन दा तरीका इन्ने वधिया तरीके नाल दस्सिया होया प्रगवीर ने कि ਇਹਦੇ ਤੋਂ ਪੱਕਾ ਜਿਹੜਾ ਕਿਸਾਨ ਵੀਰ ਆ ਉਹਨੂੰ ਫਾਇਦਾ ਹੋਣਾ ਹੈ। ਔਰ ਰਿਚਰ ਨੂੰ ਨੈਗੇਟਿਵਿਟੀ ਨਾ ਦੇਖਦਾ ਕਿ ਮੈਨੂੰ ਨਹੀਂ ਕੋਈ ਸਿਖਾ ਸਕਦਾ, ਮੈਂ ਫਾਰਮਰ, ਪਰ ਮੈਨੂੰ ਲੱਗਦਾ ਵੀ ਕਿਸੇ ਵੀ ਸੋਰਸ ਤੋਂ ਤੁਸੀਂ ਮੈਗਜ਼ੀਨ ਪੜ੍ਹਦੇ ਹੋ, ਤੁਸੀਂ ਕੋਈ ਅਖਬਾਰ ਪੜ੍ਹਦੇ ਹੋ, ਰਸਾਲਾ ਪੜ੍ਹਦੇ ਹੋ, ਕਿਤਾਬ ਪੜ੍ਹਦੇ ਹੋ, ਤੁਸੀਂ ਪੋਜ਼ਿਟਿਵ ਵੇ ਨਾਲ ਅਪਡੇਟ ਹੋ ਸਕਦੇ ਹੋ। ਤਾਂ ਅਸੀਂ ਇਹੀ ਕੰਮ ਇਸ ਚੀਜ਼ ਨੂੰ ਲੈ ਕੇ ਇਹ ਕਿਤਾਬ ਦੀ ਲਾਂਚਿੰਗ ਕੀਤੀ ਹੈ ਕਿ ਫਾਰਮਰ ਦੇ ਵਿੱਚ ਇਹ ਸਾਡੀ ਕਿਤਾਬ ਜਾਵੇ। ਕਿ ਪ੍ਰਗਟ ਇੱਕ ਆਮ ਕਿਸਾਨ ਦਾ ਬੇਟਾ ਆ, ਆਪ ਖੇਤੀ ਕਰਨ ਦੇ ਨਾਲ ਨਾਲ ਆ ਜਿਹੜਾ ਕਿਤਾਬ ਲਿਖਣਾ ਨਾ ਇਹ ਬੜੀ ਵੱਡੀ ਸਿਰਦਰਦੀ ਆ। ਔਰ ਲਿਖ ਕੇ ਇਹਨੂੰ ਛਪਵਾ ਕੇ ਤੇ ਕਿਸਾਨੀ ਤੱਕ ਪਹੁੰਚਾ ਦੇਣਾ ਮੈਂ ਤਾਂ ਕਹਿੰਦਾ ਬੜੀ ਵੱਡੀ ਇਹਦੀ ਸਮਾਜ ਨੂੰ, ਕਿਸਾਨੀ ਸਮਾਜ ਨੂੰ ਦੇਣ ਆ ਤੇ ਅਸੀਂ ਇਹਦੀ ਸ਼ਲਾਘਾ ਵੀ ਕਰਦੇ ਆ। ਕਿਸਾਨੀ ਨੂੰ ਲੈ ਕੇ ਜਿੱਥੇ ਸਰਕਾਰਾਂ ਆਪਣੇ ਤੌਰ ਤੇ ਉੱਤੇ ਲੱਗੀਆਂ ਹੋਈਆਂ ਨੇ ਉੱਥੇ ਹੀ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜੋ ਕਿਸਾਨ ਕੁਝ ਸਾਡੇ ਨਾਲ ਇਹੋ ਜਿਹੇ ਵੀਰ ਮੌਜੂਦ ਨੇ ਜਿਨ੍ਹਾਂ ਵੱਲੋਂ ਆਪਣੇ ਤੌਰ ਦੇ ਉੱਤੇ ਕਿਸਾਨੀ ਬਚਾਈ ਜਾ ਰਹੀ ਹੈ ਤੇ ਨਵੀਆਂ ਕਾਢਾਂ ਜੋ ਕੱਢ ਕੇ ਲੈ ਕੇ ਆ ਰਹੇ ਨੇ। ਅੰਮ੍ਰਿਤਸਰ ਦੀ ਗੱਲ ਕਰ ਲਈਏ ਚਾਹੇ ਪੂਰੇ ਪੰਜਾਬ ਭਰ ਦੀ ਗੱਲ ਕਰ ਲਈਏ ਉਹਨਾਂ ਦੇ ਕਿਸਾਨਾਂ ਵਾਸਤੇ, ਤੇ ਸਾਡੇ ਨਾਲ ਕੁਝ ਕਿਸਾਨ ਮੌਜੂਦ ਨੇ, ਗੱਲ ਕਰਾਂਗੇ ਜੀ। ਸਰ, ਇੱਕ ਤੁਸੀਂ ਕਿਤਾਬ ਹੱਥ 'ਚ ਫੜੀ ਹੈ, ਕੀ ਹੈ? ਪਹਿਲਾਂ ਤੇ ਬਹੁਤ ਜਗਬਾਣੀ ਦਾ ਸਵਾਗਤ। ਇਹ ਅੱਜ ਮੈਂ ਸਮਝਦਾ ਕਿ ਮਾਝੇ ਦੀ ਧਰਤੀ ਉੱਤੇ ਅੱਜ ਸਾਡੇ ਹੱਥੇ ਬੜਾ ਖੁਸ਼ੀ ਵਾਲਾ ਇਹ ਅੱਜ ਦਿਨ ਆ। ਇਹ ਮਾਲਵੇ ਤੋਂ, ਬਠਿੰਡੇ ਤੋਂ ਸਾਡਾ ਵੀਰ ਆ ਪ੍ਰਗਟ ਸਿੰਘ, ਉਹਨੇ ਝੋਨੇ ਬਾਰੇ ਇਹ ਕਿਤਾਬ ਲਿਖੀ ਆ ਜਿਹਦੀ ਬੜੀ ਜ਼ਰੂਰਤ ਵੀ ਸੀਗੀ। ਔਰ ਉਸੇ ਕਿਤਾਬ ਨੂੰ ਮਾਝੇ ਵਿੱਚ ਲਾਂਚ ਕਰਨ ਵਾਸਤੇ ਪਿੰਗਲਵਾੜਾ ਆਰਗੈਨਿਕ ਫਾਰਮ ਤੋਂ ਵਧੀਆ ਜਗ੍ਹਾ ਕੋਈ ਹੋਰ ਹੋ ਨਹੀਂ ਸਕਦੀ। ਤੇ ਇੱਥੇ ਅਸੀਂ ਜਿਹੜੇ ਇਕੱਠੇ ਹੋਏ ਆ ਸਾਰੇ, ਜਿਸ ਤਰ੍ਹਾਂ ਮੈਂ ਜੰਗ ਇਨੋਵੇਟਿਵ ਫਾਰਮ ਗਰੁੱਪ ਵੱਲੋਂ ਆ, ਮੇਰੇ ਹੋਰ ਸਾਥੀ ਵੀ ਨਾਲ ਆਏ ਆ ਤੇ ਹੋਰ ਵੀ ਜਿੰਨੇ ਵੀ ਬੰਦੇ ਮਾਝੇ ਦੇ ਵਿੱਚ ਨਿੱਠ ਕੇ ਗੁੱਡ ਐਗਰੀਕਲਚਰ ਪ੍ਰੈਕਟਿਸ ਤੇ ਕੰਮ ਕਰ ਰਹੇ ਆ। ਕਹਿਣ ਦਾ ਭਾਵ ਆ ਕਿ ਆਪਣੇ ਕੁਦਰਤੀ ਸਾਧਨਾਂ ਨੂੰ ਬਚਾ ਕੇ खेती करनी क्यों मिट्टी पानी नूं बचाउणा सब तो वड्डी जरूरी चीज़ आ। एक किताब भी जिहड़ी आ उस मंतव नूं पूरा करन दे विच सहाई होऊगी क्योंकि जिस बंदे ने भी ये किताब पढ़ ली देखो झोना लाउणा मजबूरी आ क्योंकि MSP आ पर झोना लाउण दे तरीके ते सानूं बदलने पैणगे ते इहदे विच पानी दी खादां स्प्रेयां दी वरतों करन दा तरीका इन्ने वधिया तरीके नाल दस्सिया होया प्रगवीर ने कि इहदे तों पक्का जिहड़ा किसान वीर आ उहनूं फायदा होना है। और इस मौके ते साडे विच आ साडा वीर ਸਿੰਘ ਐਗਰੋ ਨਰਸੀ ਦਾ ਹਰਮਨ ਤੇ ਮੇਰੇ ਨਾਲ ਜਿਹੜੇ ਸਬਜ਼ੀਆਂ ਦੇ ਬਹੁਤ YouTube ਤੇ ਸੋਸ਼ਲ ਮੀਡੀਆ ਦੇ ਵਿੱਚ ਚਰਚਿਤ ਚਿਹਰਾ ਆ ਧਰਮਜੀਤ ਸਿੰਘ ਚਾਹਲ ਫਾਰਮ ਰਸੂਲਪੁਰ ਦੇ ਨਾਂ ਤੇ ਸਾਡੇ ਨਾਲ ਅੱਜ ਇਸ ਖੁਸ਼ੀ ਦੇ ਮੌਕੇ IPL ਦੇ ਹੈੱਡ ਨੇ ਮਨਸੁਖਪਾਲ ਜੀ, ਉਹ ਆਏ ਨੇ ਚੇਚਾ ਬਰਨਾਲੇ ਤੋਂ, ਤੇ ਮਾਸਟਰ ਰਾਜਵੀਰ ਸਿੰਘ ਜੀ ਫਾਊਂਡਰ ਤੇ ਸੰਚਾਲਕ ਪਿੰਗਲਵਾੜਾ ਆਰਗੈਨਿਕ ਫਾਰਮ ਦੇ, ਨਾਲ ਪ੍ਰਗਟ ਸਿੰਘ ਬਠਿੰਡੇ ਤੋਂ, ਉਹਨਾਂ ਦੇ ਨਾਲ ਸਾਡੇ ਡਾਕਟਰ ਕਵਲਜੀਤ ਝੰਡ ਸਾਹਿਬ ਸੀਨੀਅਰ ਖੇਤੀ ਅਫਸਰ ਨੇ, ਨਾਲ ਸਾਡਾ ਵੀਰ ਰਾਜਵੀਰ ਸਿੰਘ ਥਿੰਦ ਆ IPL 'ਚ ਕੰਮ ਕਰਦਾ ਪਰ ਜ਼ਿਆਦਾਤਰ ਲੋਕ ਇਹਨੂੰ ਮੌਸਮ ਦੀ ਸਟੀਕ, ਭਵਿੱਖਬਾਣੀਆਂ ਤੇ ਸਮਾਜਿਕ ਸਰੋਕਾਰਾਂ ਨਾਲ ਵੀ ਚੰਗੇ ਸੋਹਣੇ ਲੇਖ ਲਿਖਦਾ ਆ। ਅਸੀਂ ਸਾਰੇ ਅੱਜ ਮਾਝੇ ਦੇ ਵਿੱਚ ਇੱਕ ਤੇ ਪ੍ਰਗਟ ਨੂੰ ਜੀ ਆਇਆਂ ਨੂੰ ਕਹਿਣ ਨੂੰ ਇਕੱਠੇ ਹੋਏ ਆ ਤੇ ਇੱਕ ਇਹ ਜਿਹੜੀ ਕਿਤਾਬ ਆ ਅਸੀਂ ਚਾਹੁੰਦੇ ਆ ਕਿ ਜਦੋਂ ਜਦ ਤੱਕ ਝੋਨਾ ਲੱਗਣਾ ਉਸ ਉਹ ਲੱਗਣਾ ਆ ਤੇ ਇਹ ਕਿਤਾਬ ਜਿਹੜੀ ਆ ਹਰ ਕਿਸਾਨ ਦੇ ਘਰ ਹੋਵੇ। ਬੇਸਿਕਲੀ ਸਾਡਾ ਜਿਹੜਾ ਮਿਸ਼ਨ ਆ ਓਵਰਆਲ ਸਾਡੇ ਗਰੁੱਪ ਦਾ ਉਹ ਹੈਗਾ ਆ ਅੱਗ ਮੁਕਤ, ਕੱਦੂ ਮੁਕਤ, ਝੋਨਾ ਮੁਕਤ ਤੇ ਜ਼ਹਿਰ ਮੁਕਤ ਪੰਜਾਬ। ਇਹ ਤੇ ਸਟੈਪ ਬਾਈ ਸਟੈਪ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਅਸੀਂ ਕੰਮ ਕਰਦੇ ਹੀ ਰਹਿਣਾ ਆ, ਆਪਣੇ ਮਰਦੇ ਦਮ ਤੱਕ ਕਰਦੇ ਰਵਾਂਗੇ। ਪਰ ਜਦੋਂ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਆ ਨਾ ਤੇ ਇਹਨਾਂ 'ਚ ਸਹਾਈ ਹੁੰਦੀ ਆ। ਔਰ ਜ਼ਿਆਦਾ ਮੈਂ ਤੁਹਾਨੂੰ ਇੱਕ ਵਿਲੱਖਣ ਗੱਲ ਇਹਦੇ 'ਚ ਇਹ ਆ ਕਿ ਪ੍ਰਗਟ ਇੱਕ ਆਮ ਕਿਸਾਨ ਦਾ ਬੇਟਾ ਆ, ਆਪ खेती ਕਰਨ ਦੇ ਨਾਲ ਨਾਲ ਆ ਜਿਹੜਾ ਕਿਤਾਬ ਲਿਖਣਾ ਨਾ ਇਹ ਬੜੀ ਵੱਡੀ ਸਿਰਦਰਦੀ ਆ। ਔਰ ਲਿਖ ਕੇ ਇਹਨੂੰ ਛਪਵਾ ਕੇ ਤੇ ਕਿਸਾਨੀ ਤੱਕ ਪਹੁੰਚਾ ਦੇਣਾ ਮੈਂ ਤਾਂ ਕਹਿੰਦਾ ਬੜੀ ਵੱਡੀ ਇਹਦੀ ਸਮਾਜ ਨੂੰ, ਕਿਸਾਨੀ ਸਮਾਜ ਨੂੰ ਦੇਣ ਆ ਤੇ ਅਸੀਂ ਇਹਦੀ ਸ਼ਲਾਘਾ ਵੀ ਕਰਦੇ ਆ, ਸ਼ਾਬਾਸ਼ ਵੀ ਦਿੰਦੇ ਆ। ਤੇ ਜਿਸ ਤਰ੍ਹਾਂ ਇਹਨੇ ਪਹਿਲਾਂ ਇੱਕ ਨਰਮੇ ਦੀ ਬੁੱਕ ਵੀ ਲਿਖੀ ਸੀਗੀ, ਮਾਲਵੇ ਦੇ ਵਿੱਚ ਨਰਮਾ ਹੀ ਤੁਹਾਨੂੰ ਪਤਾ ਮੁੱਖ ਫਸਲ ਆ, ਹੁਣ ਇਹਨੇ ਅੱਜ ਝੋਨੇ ਦੀ ਲਿਖੀ ਆ। ਹਾਲਾਂਕਿ ਕੰਮ ਹੈਗਾ ਸੰਸਥਾਵਾਂ ਦਾ, ਇਹ ਮੁੰਡਾ ਆਪ ਹੀ ਸੰਸਥਾ ਬਣ ਗਿਆ ਤੇ ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਚੀਜ਼ਾਂ ਵਾ ਇਹਦੀ ਕਲਮਰਾਈ ਆਉਣਗੀਆਂ। ਸੋਸ਼ਲ ਮੀਡੀਆ ਤੇ ਹੈਗਾ ਹੀ ਆ ਕ੍ਰੌਪ ਇਨਫੋਰਮੇਸ਼ਨ ਦੇ ਨਾਂ ਤੇ ਇਸ ਖੁਸ਼ੀ 'ਚ ਆਪਾਂ ਇਕੱਠੇ ਹੋਏ ਆ। ਇਹ ਕਿਤਾਬ ਅਸੀਂ ਚਾਹੁੰਦੇ ਆ ਵੀ ਹਰ ਘਰ ਦੇ ਵਿੱਚ ਜਿਹੜਾ ਝੋਨਾ ਲਾਉਣ ਵਾਲਾ ਕਿਸਾਨ ਆ ਨਾ
ਉਹਦੇ ਘਰ ਤੱਕ ਇਹ ਕਿਤਾਬ ਜ਼ਰੂਰ ਜਾਵੇ। ਉਹਦਾ ਫਾਇਦਾ ਹੋਊਗਾ, ਕਿਤਾਬ ਦੀ ਕੀਮਤ ਤੋਂ 100 ਗੁਣਾ ਵੱਧ ਫਾਇਦਾ ਹੋਏਗਾ। ਜੀ ਬਿਲਕੁਲ, ਜਿਨ੍ਹਾਂ ਨੇ ਕਿਤਾਬ ਲਿਖੀ ਆ ਪ੍ਰਗਟ ਜੀ ਉਹ ਵੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਜੀ ਪ੍ਰਗਟ ਜੀ, ਕਿਵੇਂ ਦਿਮਾਗ 'ਚ ਕਿਵੇਂ ਆਇਆ ਕਿ ਇਹ ਚੀਜ਼ ਵੀ ਆਪਾਂ ਕਰੀਏ, ਇਸ ਤਰੀਕੇ ਦੇ ਨਾਲ ਕਿਸਾਨਾਂ ਤੱਕ ਆਪਾਂ ਪਹੁੰਚ ਕਰੀਏ? ਜੀ ਅਸੀਂ ਲਗਭਗ 7 ਸਾਲ ਪਹਿਲਾਂ ਇਸ ਵਿਸ਼ੇ ਨੂੰ ਲੈ ਕੇ ਕਿ ਫਾਰਮਰ ਦੇ ਵਿੱਚ ਇੱਕ ਮਿੱਟੀ ਨੂੰ ਬਚਾਉਣ ਵਾਲੀ, ਪਾਣੀ ਨੂੰ ਰੱਖਿਅਤ ਕਰਨ ਵਾਲੀ ਕੋਈ ਜਾਣਕਾਰੀ ਦੇ ਤਹਿਤ ਅਸੀਂ ਫਾਰਮਰ ਦੇ ਨਾਲ ਇੰਟਰਵਿਊ ਸਕਸੈਸ ਸਟੋਰੀ ਬਣਾ ਕੇ ਪਾਉਣ ਦਾ ਕੰਮ ਕਰਨਾ ਸ਼ੁਰੂ ਕੀਤਾ। ਤੇ ਹੁਣ ਜਿਹੜਾ ਅਸੀਂ ਕਿਤਾਬ ਦੇ ਵਿੱਚ ਲੈ ਕੇ ਆਉਣ ਦਾ ਇਹੀ ਮੰਤਵ ਸੀ ਕਿ ਫਾਰਮਰ ਦੇ ਵਿੱਚ ਐਜੂਕੇਸ਼ਨ ਅਵੇਅਰਨੈਸ ਦੀ ਕਮੀ ਆ, ਕੁਝ ਅਫਵਾਹਾਂ ਜਿਹੜਾ ਆਪਣੀ ਜਗ੍ਹਾ ਲੈ ਚੁੱਕੀਆਂ, ਜਿਹਦੇ ਕਰਕੇ ਅਸੀਂ ਮਿੱਟੀ ਤਾਂ ਪੈਦਾ ਨਹੀਂ ਕਰ ਸਕਦੇ, ਕੋਈ ਵੀ ਨਹੀਂ ਪੈਦਾ ਕਰ, ਸਾਇੰਟਿਸਟ ਵੀ ਨਹੀਂ ਮਿੱਟੀ ਪੈਦਾ ਕਰ ਸਕਦਾ, ਪਾਣੀ ਵੀ ਕੋਈ ਨਹੀਂ ਪੈਦਾ ਕਰ ਸਕਦਾ, ਫੂਡ ਆਪਾਂ ਪੈਦਾ ਕਰ ਰਹੇ ਹਾਂ। ਆਪਾਂ ਇਸੇ ਕਰਕੇ ਸ਼ਾਇਦ ਅੰਨਦਾਤੇ ਅਖਵਾਉਣ ਦੇ ਲਾਇਕ ਹੁੰਨੇ ਆ ਕਿ ਆਪਾਂ ਕੁਝ ਪੈਦਾ ਕਰ ਰਹੇ ਹਾਂ ਨੇਚਰ ਦੀ ਛਤਰ ਛਾਇਆ ਹੇਠ। ਪਰ ਆਪਾਂ ਉਸ ਸੰਕਲਪ ਦੇ ਵਿੱਚ ਆਪਣਾ ਇਹ ਦੋ ਜਿਹੜੇ ਮੇਨ ਕੁਦਰਤੀ ਸੋਮੇ ਨੇ, ਇਹਨਾਂ ਨੂੰ ਆਪਾਂ ਲੰਬਾ ਸਮਾਂ ਯੂਜ਼ ਕਰ ਲਈਏ, ਇਹਨਾਂ ਦਾ ਨੁਕਸਾਨ ਨਾ ਕਰੀਏ, ਤਾਂ ਆਪਾਂ ਮੈਨੂੰ ਲੱਗਦਾ ਵੀ ਉਸ ਸੰਦਰਭ ਦੇ ਉੱਤੇ ਇਹ ਮੇਰੀ ਕਿਤਾਬ ਖਰੀ ਉਤਰੂਗੀ। ਕਿ ਆਪਾਂ ਦੇਖੋ ਜਿਹੜਾ ਸਿਸਟਮ ਚੱਲ ਰਿਹਾ ਹੈਗਾ ਉਹਨੂੰ ਆਪਾਂ ਇੱਕ ਸਵਿਚ ਆਫ ਤੇ ਡਾਇਰੈਕਟਲੀ ਕਿਸੇ ਵੀ ਤਰੀਕੇ ਨਾਲ ਨਹੀਂ ਕਰ ਸਕਦੇ, ਬਹੁਤ ਸਿਸਟਮ ਪਜ਼ਲ ਹੋ ਜਾਏਗਾ। ਬਟ ਇੱਕ ਘੱਟ ਖਰਚੇ ਦੇ ਤਹਿਤ ਆਪਾਂ ਮਾੜੀਆਂ ਚੀਜ਼ਾਂ, ਕੁਤਾਹੀਆਂ, ਗਲਤੀਆਂ, ਇਹ ਜਿਹੜੀਆਂ ਅਫਵਾਹਾਂ ਖੇਤੀ ਦੇ ਵਿੱਚ ਆਪਣੀ ਖਰਚ ਜ਼ਿਆਦਾ ਦਾ ਕਾਰਨ ਬਣਦੀਆਂ ਹੈਗੀਆਂ, ਮਿੱਟੀ ਦੀ ਸਿਹਤ ਵਿਗਾੜਨ ਦਾ ਕਾਰਨ ਬਣਦੀਆਂ ਹੈਗੀਆਂ, ਉਹਨਾਂ ਨੂੰ ਆਪਾਂ ਕਿਤੇ ਨਾ ਕਿਤੇ ਟ੍ਰੇਸ ਕਰ ਸਕਦੇ ਹਾਂ, ਅਗਾਊਂ ਵਿਉਂਤਬੰਦੀ ਕਰ ਸਕਦੇ ਹਾਂ। ਤੇ ਜਿਹੜੀ ਆਪਣੀ ਫਾਰਮਰ ਕਮਿਊਨਿਟੀ ਦੇ ਉੱਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਭੋਜਨ ਪੈਦਾ ਕਰਨ ਦੀ ਹੈਗੀ ਆ, ਤੇ ਉਹ ਜ਼ਿੰਮੇਵਾਰੀ ਦੇ ਵਿੱਚ ਆਪਾਂ ਹੋਰ ਵੀ ਖਰੇ ਉਤਰ ਸਕਦੇ ਹਾਂ। ਪਰ ਕੁਝ ਕਿਸਾਨ ਤੁਹਾਡੇ ਵਰਗੇ ਵੀ ਨੇ ਜਿਹੜੇ ਮਤਲਬ ਵੱਖ-ਵੱਖ ਤਰੀਕੇ ਨਾਲ ਖੇਤੀ ਕਰਨੀ ਚਾਹੁੰਦੇ ਨੇ, ਪਰ ਕੁਝ ਕੁ ਜ਼ਿਆਦਾਤਰ ਕਿਸਾਨ ਇਹੋ ਜਿਹੇ ਨੇ ਜਿਹੜੇ ਸਿਰਫ ਜਿਹਨੂੰ ਕਹਿ ਲਈਏ ਕਿ ਲਕੀਰ ਦੇ ਫਕੀਰ ਨੇ ਜੀ, ਆਪਾਂ ਉਦਾਂ ਹੀ ਖੇਤੀ ਕਰਨੀ ਝੋਨੇ ਦੇ ਨਾਲ ਹੀ, ਜਿੰਨਾ ਕਾਫੀ ਨੁਕਸਾਨ ਵੀ ਆਪਾਂ ਕਹਿ ਸਕਦੇ ਹਾਂ, ਪਾਣੀ ਦਾ ਵੀ ਆਪਾਂ ਨੁਕਸਾਨ ਕਰ ਬੈਠੇ ਆ, ਇੰਨਾ ਆਉਣ ਵਾਲੇ ਸਮੇਂ 'ਚ ਹੋਰ ਵੀ ਹੋ ਰਿਹਾ। ਤੇ ਉਹਨਾਂ ਨੂੰ ਕਿਵੇਂ ਤੁਸੀਂ ਜੋ ਆ ਟ੍ਰੇਨਡ ਕਰੋਗੇ, ਉਹਨਾਂ ਤੱਕ ਕਿਵੇਂ ਪਹੁੰਚੋਗੇ? ਜੀ ਅਸੀਂ ਪਹਿਲਾਂ ਨਰਮੇ ਦੀ ਫਸਲ ਦੇ ਉੱਪਰ ਕਿਤਾਬ ਲਿਖੀ ਹੈ, ਕਿਉਂਕਿ ਇਹ ਕਿਸੇ ਸਮੇਂ ਪੰਜਾਬ ਦੇ ਇੱਕ ਵੱਡੇ ਖਿੱਤੇ ਨੂੰ ਇਹ ਫਸਲ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਅੱਜ ਦੇ ਸਮੇਂ ਇਹ ਇੱਕ ਬਹੁਤ ਘੱਟ ਖੇਤਰ ਦੇ ਨਾਲ ਜੁੜੀ ਹੋਈ ਫਸਲ ਰਹਿ ਗਈ। ਤੇ ਇਹ ਇਕੱਲੀ ਫਸਲ ਹੀ ਨਹੀਂ ਸੀਗੀ, ਇਹ ਇੱਕ ਵੱਡੇ ਸਰਕਲ ਦਾ ਹਿੱਸਾ ਸੀਗੀ, ਜਿਹਦੇ ਨਾਲ ਲੋਕਾਂ ਦਾ ਰੁਜ਼ਗਾਰ ਜੁੜਿਆ ਸੀ, ਮਿਹਨਤ ਜੁੜੀ ਸੀ, ਆਪਣੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਜੁੜੀਆਂ ਸੀਗੀਆਂ। ਇਹ ਤੋਂ ਸਟਬਲ ਵੀ ਪੈਦਾ ਹੁੰਦਾ ਸੀ, ਨਰਮੇ ਛਟੀਆਂ ਨੂੰ ਕੋਈ ਅੱਗ ਨਹੀਂ ਲਗਾਉਂਦਾ ਸੀ, ਉਹ ਲੰਬਾ ਸਾਲ ਚੱਲਦਾ ਸੀ। ਝੋਨੇ ਨੂੰ ਤਾਂ ਹਰ ਕੋਈ ਬੰਦਾ ਅੱਗ ਲਾ ਦਿੰਦਾ ਹੈਗਾ। ਉਹ ਵੀ ਅਵੇਅਰਨੈਸ ਦਾ ਕਮੀ ਆ, ਜਿਹੜੀ ਉਹ ਦੂਜੀ ਅਸੀਂ ਕਿਤਾਬ ਲੈ ਕੇ ਆਏ ਆ ਇਸ ਵਾਰ 2 ਸਾਲ ਬਾਅਦ ਝੋਨੇ ਦੇ ਉੱਪਰ। ਇਹਦਾ ਜਿਹੜਾ ਮੇਨ ਸਿਸਟਮ ਹੈਗਾ ਵੀ ਇੱਕ ਵੱਡਾ ਖਿੱਤਾ, ਇੱਕ ਵੱਡਾ ਵਰਗ ਕਿਸਾਨਾਂ ਦਾ ਇਹ ਖੇਤੀ ਦੇ ਉੱਪਰ ਡਿਪੈਂਡ ਹੈਗਾ, ਕਿਉਂਕਿ ਉਹਦੇ ਲਈ ਪਿਛਲੇ 15 ਸਾਲ ਦੇ ਵਿੱਚ ਜੋ ਨਹਿਰੀ ਪਾਣੀ ਤੇ ਕੰਮ ਹੋਇਆ, ਮੰਡੀਕਰਨ ਤੇ ਨੈਟਵਰਕ ਤੇ ਕੰਮ ਹੋਇਆ, ਕਿੰਨਾ ਜ਼ਿਆਦਾ ਵੱਡਾ ਸਰਕਲ ਬਣਿਆ ਹੋਇਆ ਆੜ੍ਹਤੀਆਂ ਦਾ, ਫਾਰਮਰ ਦਾ, ਆਰਗੇਨਾਈਜੇਸ਼ਨ ਦਾ, ਗਵਰਨਮੈਂਟ ਦੇ ਅਦਾਰਿਆਂ ਦਾ, ਤਾਂ ਕਿਤੇ ਨਾ ਕਿਤੇ ਗੈਪ ਹੈਗਾ। ਕੁਝ ਫਾਰਮਰ ਨੂੰ ਕਰਨਾ ਚਾਹੀਦਾ, ਕੁਝ ਗਵਰਨਮੈਂਟ ਨੂੰ ਕਰਨਾ ਚਾਹੀਦਾ, ਪਰ ਗਵਰਨਮੈਂਟ ਕੋਲ ਤਾਂ ਬਹੁਤ ਇੰਟੈਲੈਕਚੁਅਲ ਹੁੰਦੇ ਨੇ, ਫਾਰਮਰ ਕੋਲ ਇੰਟੈਲੈਕਚੁਅਲ ਦੀ ਕਮੀ ਹੁੰਦੀ ਹੈ। ਉਹ ਲਿਟਰੇਚਰ ਨੂੰ ਨੈਗੇਟਿਵਿਟੀ ਨਾਲ ਦੇਖਦਾ ਕਿ ਮੈਨੂੰ ਨਹੀਂ ਕੋਈ ਸਿਖਾ ਸਕਦਾ, ਮੈਂ ਫਾਰਮਰ ਹਾਂ। ਪਰ ਮੈਨੂੰ ਲੱਗਦਾ ਵੀ ਕਿਸੇ ਵੀ ਸੋਰਸ ਤੋਂ, ਤੁਸੀਂ ਮੈਗਜ਼ੀਨ ਪੜ੍ਹਦੇ ਹੋ, ਤੁਸੀਂ ਕੋਈ ਅਖਬਾਰ ਪੜ੍ਹਦੇ ਹੋ, ਰਸਾਲਾ ਪੜ੍ਹਦੇ ਹੋ, ਕਿਤਾਬ ਪੜ੍ਹਦੇ ਹੋ, ਤੁਸੀਂ ਪੋਜ਼ਿਟਿਵ ਵੇ ਨਾਲ ਅਪਡੇਟ ਹੋ ਸਕਦੇ ਹੋ। ਤਾਂ ਅਸੀਂ ਇਹੀ ਕੰਮ ਇਸ ਚੀਜ਼ ਨੂੰ ਲੈ ਕੇ ਇਹ ਕਿਤਾਬ ਦੀ ਲਾਂਚਿੰਗ ਕੀਤੀ ਹੈ ਕਿ ਫਾਰਮਰ ਦੇ ਵਿੱਚ ਇਹ ਸਾਡੀ ਕਿਤਾਬ ਜਾਵੇ। ਜੀ ਬਿਲਕੁਲ। ਮਾਰ ਸਾਹਿਬ, ਕਿਵੇਂ ਵੇਖਦੇ ਹੋ ਕਿ ਤੁਸੀਂ ਅਕਸਰ ਵੱਖ-ਵੱਖ ਖੇਤੀਆਂ ਕਰਨ ਦੇ ਵਿੱਚ ਜਾਣੇ ਜਾਂਦੇ ਹੋ, ਮਾਹਰ ਹੋ, ਕਿਵੇਂ ਵੇਖਦੇ ਇਸ ਕਿਤਾਬ ਦਾ ਕਿੰਨਾ ਕੁ ਵਧੀਆ ਅਸਰ ਹੋਊਗਾ? ਦੇਖੋ ਜੀ, ਪ੍ਰਗਟ ਵੀਰ ਜੀ ਦੇ ਅਸੀਂ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਆ। ਲਿਖਣ ਵਾਸਤੇ ਬਹੁਤ ਵੱਡੀ ਸਮਰੱਥਾ ਚਾਹੀਦੀ ਆ, ਔਰ ਇਹਨਾਂ ਨੇ ਇਹ ਜਿਹੜੀ ਕਿਤਾਬ ਲਿਖੀ ਆ, ਬੀਜ ਤੋਂ ਬੀਜ ਤੱਕ ਦਾ ਸਫ਼ਰ ਝੋਨੇ ਤੇ ਜਿਹੜਾ ਲਿਖਿਆ ਆ, ਕਿਉਂਕਿ ਝੋਨੇ ਦਾ ਸੀਜ਼ਨ ਆ ਰਿਹਾ ਆ, ਔਰ 1 ਕਿਲੋ ਝੋਨਾ ਪੈਦਾ ਕਰਨ ਵਾਸਤੇ 4200 ਲੀਟਰ ਪਾਣੀ ਵੇਸਟ ਹੁੰਦਾ ਆ। ਪ੍ਰਗਟ ਵੀਰ ਜੀ ਦੀ ਕੋਸ਼ਿਸ਼ ਹੈ ਕਿ ਅਸੀਂ ਪਾਣੀ ਨੂੰ ਕਿੱਦਾਂ ਪਿੱਤਰ ਸੋਮਾ ਸੀ, ਬਾਬਾ ਨਾਨਕ ਨੇ ਕਿਹਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਔਰ ਉਹਨਾਂ ਦੇ ਉਪਦੇਸ਼ ਨੂੰ ਮੰਨਦਿਆਂ ਹੋਇਆਂ ਭਗਤ ਪੂਰਨ ਸਿੰਘ ਜੀ ਨੇ ਇਸ ਵਿਸ਼ੇ ਤੇ ਬਹੁਤ ਸਾਰਾ ਕੰਮ ਕੀਤਾ। ਔਰ ਇਹਨਾਂ ਨੇ ਇਸ ਕਰਕੇ ਅੱਜ ਪਿੰਗਲਵਾੜਾ ਫਾਰਮ ਚੁਣਿਆ ਕਿ ਭਗਤ ਜੀ ਬਾਬਾ ਜੀ ਦਾ ਜਿਹੜਾ ਉਪਦੇਸ਼ ਸੀਗਾ ਉਹ ਬੀਬੀ ਇੰਦਰਜੀਤ ਕੌਰ ਜੀ ਨੇ ਵੀ ਅਪਣਾਇਆ। ਭਗਤ ਜੀ ਨੇ ਬਹੁਤ ਸਾਰਾ ਲਿਟਰੇਚਰ ਵੰਡਿਆ, ਔਰ ਅਸੀਂ ਪ੍ਰਗਟ ਵੀਰ ਜੀ ਦੇ ਬਹੁਤ ਧੰਨਵਾਦੀ ਹਾਂ। ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਇਹ ਬੁੱਕ ਨੂੰ ਜ਼ਰੂਰ ਪੜ੍ਹਨ। ਇਹਦੇ ਵਿੱਚ ਮੇਰੇ ਵੀਰ ਦੜਬੀ ਖਾਨਾ, ਉਹਨਾਂ ਵੀ ਬਹੁਤ ਕੁਝ ਲਿਖਿਆ ਆ, ਔਰ ਪ੍ਰਗਟ ਵੀਰ ਜੀ ਦੀ ਬੜੀ ਵੱਡੀ ਹਿੰਮਤ ਆ। ਇਹ ਬੁੱਕ ਜਿਹੜੀ ਤਿਆਰ ਕੀਤੀ ਹੈ ਇਹ ਕਿਸਾਨਾਂ ਤੱਕ ਜਾਏਗੀ, ਔਰ ਪਾਣੀ ਜਿਹੜਾ ਆ ਪਿੱਤਰ ਸੋਮਾ ਆ ਇਹ ਬਚੇਗਾ।
ਇੱਕ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਵੀ ਇਹ ਕਿਤਾਬ ਜਿਹੜੀ ਹੈਗੀ ਆ ਉੱਥੋਂ ਤੱਕ ਪਹੁੰਚੇਗੀ, ਕਿਉਂਕਿ ਜੇਕਰ ਗੱਲ ਕਰ ਲਈ ਉੱਥੋਂ ਵੀ ਕਾਫੀ ਜੋ ਕਿਸਾਨ ਹੈ ਸਿੱਖਣ ਵੀ ਜਾਂਦੇ ਆ, ਉੱਥੋਂ ਦੇ ਜੋ ਨਵੀਂ ਤਕਨੀਕ ਦੇ ਨਾਲ ਖੇਤੀਆਂ ਦੀ ਵੀ ਗੱਲ ਹੁੰਦੀ ਆ, ਤੇ ਲੱਗਦਾ ਨਹੀਂ ਕਿ ਉੱਥੇ ਵੀ ਇਹ ਚੀਜ਼ ਦੀ ਲੋੜ ਹੈਗੀ ਹੈ ਇਸ ਕਿਤਾਬ ਦੀ। ਸਾਡੀ ਜਿਹੜੀ ਪ੍ਰੋਬਲਮ ਹੈ ਸੋਸਾਇਟੀ ਦੀ, ਉਹ ਪ੍ਰੋਬਲਮ ਇਹ ਆ ਕਿ ਹਾਥੀ ਕੇ ਪਾँव में सबका पाँव। ਯੂਨੀਵਰਸਿਟੀ ਨੂੰ ਇਹ ਚਾਹੀਦਾ ਆ ਕਿ ਜੇ ਕੋਈ ਅੱਛਾ ਕੰਮ ਕਰ ਰਿਹਾ ਤੇ ਉਹਨੂੰ ਉਤਸ਼ਾਹਿਤ ਕਰਨਾ। ਹਾਂਜੀ, ਯੂਨੀਵਰਸਿਟੀ ਦਾ ਕੰਮ ਜਿਹੜਾ ਆ ਉਹ ਵੱਡੇ ਵੱਡੇ ਟਰੈਕਟਰ, ਵੱਡੀਆਂ ਵੱਡੀਆਂ ਮਸ਼ੀਨਾਂ ਵਿਕਾਉਣਾ ਨਹੀਂ। ਯੂਨੀਵਰਸਿਟੀ ਦਾ ਕੰਮ ਹੈ ਰਿਸਰਚ ਵਰਕ, ਖੋਜ ਕਰਨਾ। ਔਰ ਜਿਹੜੇ ਸਾਡੇ ਕਿਸਾਨ ਵੀਰ ਵੀ ਖੋਜ ਕਰ ਰਹੇ ਆ, ਜਿਵੇਂ ਯੂਨੀਵਰਸਿਟੀ ਨੇ ਜਾ ਕੇ ਸੀਕਰ ਤੋਂ ਇੱਕ ਕਿਸਾਨ ਵੀਰ ਨੇ ਜਿਹੜਾ ਬੀ ਪੈਦਾ ਕੀਤਾ ਸੀ ਉਹ ਲੈ ਕੇ ਆਏ, ਔਰ ਉਹਨੇ ਬਾਅਦ ਚ ਉਹਨੂੰ ਪੇਟੈਂਟ ਕਰਵਾਇਆ ਗਿਆ। ਮੈਂ ਉਸ ਵਿਸ਼ੇ ਤੇ ਵੀ ਕਈ ਵਾਰਾਂ ਉਹਨਾਂ ਨਾਲ ਮੇਰੀ ਬਹਿਸ ਹੋਈ ਆ। ਔਰ ਜਿਹੜੇ ਇਹ ਵੀਰ ਸਾਡੇ ਪ੍ਰਗਟ ਵਰਗੇ ਜਾਂ ਹੋਰ ਸਾਡੇ ਵੀਰ ਬਹੁਤ ਸਾਰੇ ਪੰਜਾਬ 'ਚ ਕੰਮ ਕਰ ਰਹੇ ਆ, ਯੂਨੀਵਰਸਿਟੀ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਉਤਸ਼ਾਹਿਤ ਕਰੇ। ਜੀ ਬਿਲਕੁਲ, ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਜੋ ਕਿਤਾਬ ਪ੍ਰਗਟ ਵੀਰ ਹੋਣਾ ਵੱਲੋਂ ਜਿਵੇਂ ਲਿਖੀ ਗਈ ਆ, ਖਾਸ ਤੌਰ ਤੇ ਕਿਸਾਨਾਂ ਦੀ ਖੇਤੀ ਨੂੰ ਲੈ ਕੇ ਗੱਲ ਕਰ ਲਈ, ਕਿਉਂਕਿ ਖੇਤੀ ਨੂੰ ਲੈ ਕੇ ਜੋ ਸਰਕਾਰਾਂ ਵੀ ਜੋ ਵੱਡੇ ਵੱਡੇ ਬਿਆਨ ਦਿੰਦੀਆਂ ਨੇ, ਪਰ ਜੇਕਰ ਹਕੀਕਤ ਦੀ ਗੱਲ ਕਰੀਏ ਤਾਂ ਕੋਈ ਵੀ ਉਸ ਤੇ ਖਰਾ ਨਹੀਂ ਉਤਰ ਪਾਉਂਦਾ। ਪਰ ਇਸ ਵੀਰ ਵੱਲੋਂ ਜਿੱਦਾਂ ਪ੍ਰਯਾਸ ਕੀਤਾ ਗਿਆ ਕਿਤਾਬ ਨੂੰ ਲੈ ਕੇ, ਤੇ ਜ਼ਰੂਰ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਦਾ ਜੋ ਤਰੀਕਾ ਜ਼ਰੂਰ ਚੇਂਜ ਹੋਊਗਾ। ਕਿਸਾਨ ਜੋ ਹੈ ਜ਼ਰੂਰ ਇਸ ਤੋਂ ਕੁਝ ਨਾ ਕੁਝ ਨਵਾਂ ਸਿੱਖੇਗਾ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਰ ਸੁਨਕ, ਜਗਬਾਨੀ ਟੀਵੀ, ਜੰਡਿਆਲਾ।